Hello students, how are you? We are reading lesson Gadri Baba's Kalapani Jail and we have read so far. Today we will complete this lesson. Let's read. On arrival there, the Gadris learned about the sufferings, the hard struggle of resistance of Bengali and Marathi prisoners. In the beginning, they decided not to suffer any indignity with the determined resistance. Parmanand Jhansi was abused and threatened by the jailer Barry for not producing the required quantity of oil. Permanent hit the jailer Barry as the jailer fell down. Permanent Jhansi was mercilessly beaten by the warders. The fall of Barry and the horrible torture of Jhansi created a stir in the jail. In another case of cruelty, Chatar Singh, who slapped the superintendent of jail, Murray Hard, was put in a case. Pan Singh was beaten so hard that he died in the hospital. Resistance, most cruel punishment, took the life of Ram Rakha within 2 months of his arrival in the jail. 8 Gadris lost their life in jail. They continued their repeated strikes from work and hunger strikes led by Bhakna. They were joined by 25 others for their rights as political prisoners. The number of those who joined the strike rose in 100. Jyotish Chandra Pal passed blood in stool and went mad after a month. ਔਰ ਔਨ ਅਰਾਈਵਲ देयर ਉੱਥੇ ਪਹੁੰਚ ਕੇ ਗਦਰੀਆਂ ਨੂੰ ਪਤਾ ਲੱਗਿਆ ਲਰਨਡ ਇਸ ਬਾਰੇ ਪਤਾ ਲੱਗਿਆ ਬੰਗਾਲੀ ਔਰ ਮਰਾਠੀ ਕੈਦੀਆਂ ਦੇ ਦੁੱਖਾਂ ਬਾਰੇ ਕਸ਼ਟਾਂ ਬਾਰੇ ਔਰ ਉਹਨਾਂ ਦੇ ਰੈਸਿਸਟੈਂਸ ਵਿਰੋਧ ਦੇ ਕਠੋਰ ਸੰਘਰਸ਼ ਬਾਰੇ ਪਤਾ ਲੱਗਿਆ ਉਹ ਸ਼ੁਰੂਆਤ ਦੇ ਵਿੱਚ ਇਨ ਦਾ ਬਿਗਨਿੰਗ ਸ਼ੁਰੂ ਦੇ ਵਿੱਚ ਉਹਨਾਂ ਨੇ ਫੈਸਲਾ ਕੀਤਾ ਦੇ ਡਿਸਾਈਡਡ ਕਿ ਉਹ ਕਿਸੇ ਵੀ ਇੰਡਿਗਨਿਟੀ ਨੂੰ ਸਹਿਣ ਨਹੀਂ ਕਰਨਗੇ ਪਹਿਲਾਂ ਉਹਨਾਂ ਨੇ ਫੈਸਲਾ ਕੀਤਾ ਵੀ ਕਿ ਉਹ ਕਿਸੇ ਵੀ ਇਨਸਲਟਿੰਗ ਨੂੰ ਸਹਿਣ ਨਹੀਂ ਕਰਨਗੇ ਔਰ ਵਿਦ ਦਾ ਡੈਟਰਮਾਈਂਡ ਰੈਸਿਸਟੈਂਸ ਔਰ ਇਸ ਦਾ ਪੂਰੇ ਜ਼ੋਰ ਦੇ ਨਾਲ ਡੈਟਰਮਾਈਂਡ ਪੂਰੇ ਜ਼ੋਰ ਦੇ ਨਾਲ ਇਸ ਦਾ ਵਿਰੋਧ ਕਰਨਗੇ ਔਰ ਪਰਮਾਨੰਦ ਝਾਂਸੀ ਨੂੰ ਅਬਿਊਜ਼ ਕੀਤਾ ਗਿਆ ਉਸ ਨੂੰ ਗਾਲਾਂ ਦਿੱਤੀਆਂ ਗਈਆਂ ਔਰ ਉਸ ਨੂੰ ਥ੍ਰੈਟਨਡ ਧਮਕੀ ਦਿੱਤੀ ਗਈ ਕਿਸ ਦੇ ਦੁਆਰਾ ਜੇਲਰ ਦੇ ਦੁਆਰਾ ਨਾਮ ਕੀ ਸੀ ਉਸ ਦਾ ਜੇਲਰ ਪੈਰੀ ਦੇ ਦੁਆਰਾ ਕਿਸ ਕਾਰਨ ਫॉर ਨਾਟ ਪ੍ਰੋਡਿਊਸਿੰਗ ਦਾ ਰਿਕੁਆਇਰਡ ਕੁਆਂਟੀਟੀ ਆਫ ਆਇਲ ਕਿਉਂਕਿ ਉਸਨੇ ਜੋ ਤੇਲ ਦੀ ਜੋ ਰਿਕੁਆਇਰਡ ਕੁਆਂਟੀਟੀ ਸੀ ਉਹ ਉਸਨੇ ਪ੍ਰੋਡਿਊਸ ਨਹੀਂ ਕੀਤੀ ਸੀ ਔਰ ਪਰਮਾਨੰਦ ਹਿਟ ਦਾ ਜੇਲਰ ਬੈਰੀ ਔਰ ਪਰਮਾਨੰਦ ਨੇ ਜੋ ਜੇਲਰ ਬੈਰੀ ਸੀ ਉਸ ਨੂੰ ਹਿੱਟ ਕੀਤਾ ਮਾਰਿਆ ਐਜ਼ ਦੀ ਜੇਲਰ ਫੈਲ ਡਾਊਨ ਜਿਵੇਂ ਜੇਲਰ ਹੇਠਾਂ ਡਿੱਗ ਪਿਆ ਤਾਂ ਪਰਮਾਨੰਦ ਝਾਂਸੀ ਵਾਸ ਮਰਸੀਲੈਸਲੀ ਬੀਟਨ ਬਾਈ ਦੀ ਵਾਰਡਰਸ ਤਾਂ ਪਰਮਾਨੰਦ ਝਾਂਸੀ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਮਾਰਿਆ ਗਿਆ ਉਸ ਵਾਰਡਰਸ ਦੇ ਦੁਆਰਾ ਦ ਫਾਲ ਆਫ ਬੈਰੀ ਐਂਡ ਦੀ ਹੌਰੀਬਲ ਟਾਰਚਰ ਆਫ ਝਾਂਸੀ ਬੈਰੀ ਦਾ ਡਿੱਗਣਾ ਔਰ ਝਾਂਸੀ ਦੇ ਉੱਪਰ ਟਾਰਚਰ ਕਰਨਾ ਉਸਨੇ ਜੇਲ੍ਹ ਦੇ ਵਿੱਚ ਕ੍ਰੀਏਟਡ ਅ ਸਟਾਇਰ ਇੱਕ ਹਲਚਲ ਪੈਦਾ ਕਰ ਦਿੱਤੀ ਇਨ ਅਨਦਰ ਕੇਸ ਆਫ ਕ੍ਰੂਅਲਟੀ ਇੱਕ ਹੋਰ ਕੇਸ ਦੇ ਵਿੱਚ ਚਤਰ ਸਿੰਘ ਜਿਸ ਨੇ ਸਲੈਪ ਕੀਤਾ ਥੱਪੜ ਮਾਰਿਆ ਕਿਸ ਨੂੰ ਜਿਹੜਾ ਜੇਲ੍ਹ ਦਾ ਸੁਪਰੀਡੈਂਟ ਸੀ ਜਿਸ ਦਾ ਨਾਮ ਕੀ ਸੀ ਮੁਰੇ ਤਾਂ ਉਸ ਨੂੰ ਵੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਤਾਂ ਭਾਨ ਸਿੰਘ ਵਾਸ ਬੀਟਨ ਸੋ ਹਾਰਡ ਔਰ ਭਾਨ ਸਿੰਘ ਨੂੰ ਵੀ ਬਹੁਤ ਜ਼ਿਆਦਾ ਕੁੱਟਿਆ ਗਿਆ ਮਾਰਿਆ ਗਿਆ ਔਰ ਹੀ ਡਾਈਡ ਇਨ ਦੀ ਹਸਪੀਟਲ ਔਰ ਹਸਪੀਟਲ ਦੇ ਵਿੱਚ ਮਰ ਗਿਆ ਉਸ ਦੀ ਮੌਤ ਹੋ ਗਈ resistance and most cruel punishment took the life of Ram Rakha within 2 months of his arrival in the jail. और उस विरोध ने और उस सजा ने ਰਾਮ ਰੱਖਾ ਦੀ ਜਾਨ ਲੈ ਲਈ ਅਜੇ ਉਸ ਨੂੰ ਜੇਲ੍ਹ ਦੇ ਵਿੱਚ ਆਏ 2 ਮਹੀਨੇ ਹੋਏ ਸਨ ਜੋ ਰਾਮ ਰੱਖਾ ਸੀ ਅਜੇ ਉਹ 2 ਮਹੀਨੇ ਹੋਏ ਸਨ ਉਸ ਨੂੰ ਜੇਲ੍ਹ ਦੇ ਵਿੱਚ ਆਏ ਹੋਏ ਤਾਂ ਉਹ ਵੀ ਮਰ ਗਿਆ
8 ਗਦਰੀਜ਼ ਲੋਸਟ देयर ਲਾਈਫ ਇਨ ਜੇਲ। ਔਰ 8 ਗਦਰੀਆਂ ਨੇ, ਜੋ 8 ਗਦਰੀ ਸਨ, ਉਹ ਵੀ ਜੇਲ੍ਹ ਦੇ ਵਿੱਚ ਮਰ ਗਏ। ਦੇ ਕੰਟੀਨਿਊਡ, ਅਤੇ ਉਹਨਾਂ ਨੇ ਜਾਰੀ ਰੱਖੀਆਂ ਆਪਣੀਆਂ ਜਿਹੜੀਆਂ ਸਟ੍ਰਾਈਕ ਸਨ, ਜਿਹੜੀਆਂ ਆਪਣੀਆਂ ਹੜਤਾਲਾਂ ਸਨ। ਕਿਸ ਤੋਂ ਸਟ੍ਰਾਈਕ ਸੀ? ਕੰਮ ਤੋਂ। ਔਰ ਜਿਹੜੀ ਭੁੱਖ ਹੜਤਾਲ ਸੀ ਉਹ ਵੀ ਜਾਰੀ ਰੱਖੀ। ਕਿਸ ਦੀ ਅਗਵਾਈ ਦੇ ਵਿੱਚ? ਲੈਡ ਬਾਈ ਭਕਨਾ। ਭਕਨਾ ਦੀ ਅਗਵਾਈ ਦੇ ਵਿੱਚ। ਦੇ ਵਰ ਜੁਆਇਨਡ ਬਾਈ 25 ਅਦਰਸ ਫੋਰ ਦੇਅਰ ਰਾਈਟਸ। ਔਰ ਉਹਨਾਂ ਵਿੱਚ 25 ਹੋਰ ਕੈਦੀ ਸ਼ਾਮਿਲ ਹੋ ਗਏ ਆਪਣੇ ਹੱਕਾਂ ਦੇ ਲਈ। ਉਹਨਾਂ ਕੈਦੀਆਂ ਵਜੋਂ ਜਿਹੜੀ ਉਹਨਾਂ ਦੀ ਗਿਣਤੀ ਸੀ ਉਹ ਕਿੱਥੋਂ ਤੱਕ ਪਹੁੰਚ ਗਈ? 100 ਤੱਕ ਪਹੁੰਚ ਗਈ। ਤਾਂ ਜੋਤਿਸ਼ ਚੰਦਰਾ ਪਾਲ ਪਾਸਟ ਬਲੱਡ ਇਨ ਸਟੂਲ। ਤਾਂ ਜੋਤਿਸ਼ ਚੰਦਰ ਜਿਹੜਾ ਪਾਲ ਸੀ, ਉਸ ਦੇ ਸਟੂਲ ਵਿੱਚੋਂ ਬਲੱਡ ਪਾਸ ਹੁੰਦਾ ਸੀ। ਅਤੇ ਉਹ ਵੀ ਵੈਂਟ ਮੇਡ ਆਫਟਰ ਮੰਥ, ਉਹ ਵੀ 1 ਮਹੀਨੇ ਅੰਦਰ ਪਾਗਲ ਹੋ ਗਿਆ। ਵੀ ਉਹਨੂੰ ਇੰਨਾ ਜ਼ਿਆਦਾ ਪਿਟਨ ਕੀਤਾ ਗਿਆ ਕਿ ਉਸ ਦੇ ਸਟੂਲ ਦੇ ਵਿੱਚੋਂ ਬਲੱਡ ਆਉਂਦਾ ਸੀ, ਅਤੇ ਉਹ ਵੀ 1 ਮਹੀਨੇ ਦੇ ਅੰਦਰ ਅੰਦਰ ਪਾਗਲ ਹੋ ਗਿਆ। ਔਰ ਹੀ ਵਾਜ਼ ਰਿਮੂਵ ਟੂ ਅ ਮੈਂਟਲ ਹਸਪੀਟਲ। ਔਰ ਉਸਨੂੰ ਕਿੱਥੇ ਰਿਮੂਵ ਕੀਤਾ ਗਿਆ? ਮੈਂਟਲ ਹਸਪੀਟਲ ਦੇ ਵਿੱਚ। ਔਰ ਪ੍ਰਿਥਵੀ ਸ਼ਾਹ ਕੰਟੀਨਿਊਡ ਹਿਜ਼ ਹੰਗਰ ਸਟ੍ਰਾਈਕ ਫॉर 4 ਮੰਥਸ। ਔਰ ਪ੍ਰਿਥਵੀ ਸ਼ਾਹ ਦੀ ਜੋ ਹੰਗਰ ਸਟ੍ਰਾਈਕ ਸੀ, ਜੋ ਭੁੱਖ ਹੜਤਾਲ ਸੀ, ਉਹ 4 ਮਹੀਨਿਆਂ ਤੱਕ ਜਾਰੀ ਰਹੀ। ਇਨ ਦਾ ਹਿਸਟਰੀ ਆਫ ਅੰਡੇਮਾਨ ਸਚ ਅ ਲੌਂਗ ਸਟ੍ਰਾਈਕ ਹੈਡ ਨੈਵਰ ਬੀਨ ਆਰਗੇਨਾਈਜ਼ਡ। ਔਰ ਅੰਡੇਮਾਨ ਦੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਲੰਬੀ ਸਟ੍ਰਾਈਕ ਸੀ ਉਹ ਕਦੇ ਆਰਗੇਨਾਈਜ਼ ਨਹੀਂ ਕੀਤੀ ਗਈ ਸੀ। ਉਹ ਪਹਿਲੀ ਸਟ੍ਰਾਈਕ ਸੀ ਜੋ ਪ੍ਰਿਥਵੀ ਸਿੰਘ ਨੇ ਕੀਤੀ ਸੀ। ਦਾ ਇੰਪੈਕਟ ਆਫ ਦਾ ਸਟ੍ਰਾਈਕ ਵਾਜ਼ ਵੈਰੀ ਪਾਵਰਫੁਲ। ਉਸ ਸਟ੍ਰਾਈਕ ਦਾ ਜਿਹੜਾ ਅਸਰ ਸੀ, ਜਿਹੜਾ ਇੰਪੈਕਟ ਸੀ, ਜਿਹੜਾ ਪ੍ਰਭਾਵ ਸੀ, ਉਹ ਬਹੁਤ ਪਾਵਰਫੁਲ ਸੀ। ਔਰ ਜੇਲ੍ਹ ਅਥਾਰਟੀਆਂ ਨੂੰ ਮਜਬੂਰ ਹੋਣਾ ਪਿਆ। ਦੀ ਜੇਲ੍ਹ ਅਥਾਰਟੀਜ਼ ਵਰ ਫੋਰਸਡ। ਕਾਸ ਵਾਸਤੇ ਮਜਬੂਰ ਹੋਣਾ ਪਿਆ? ਟੂ ਡਿਸਕੰਟੀਨਿਊ ਸਮ ਆਫ ਦੀ ਪ੍ਰੈਕਟਿਸਿਸ ਆਫ ਬੈਡ ਟ੍ਰੀਟਮੈਂਟ ਆਫ ਪੋਲੀਟੀਕਲ ਪ੍ਰਿਜ਼ਨਰਸ। ਔਰ ਜੇਲ੍ਹ ਅਧਿਕਾਰੀਆਂ ਨੂੰ ਉਹਨਾਂ ਕੈਦੀਆਂ ਦੇ ਨਾਲ ਬੁਰਾ ਵਿਵਹਾਰ ਕਰਨ ਦੀ ਪ੍ਰਥਾ ਦੇ ਵਿੱਚ ਥੋੜ੍ਹੀ ਕਮੀ ਕਰਨ ਲਈ ਮਜਬੂਰ ਹੋਣਾ ਪਿਆ। ਦਾ ਰਿਵੋਲੂਸ਼ਨਰੀਜ਼ ਸੈਂਗ ਪੈਟਰੋਟਿਕ ਸੌਂਗਸ ਐਂਡ ਵੰਦੇ ਮਾਤਰਮ, ਰਿਸਾਈਟਡ ਗੁਰਬਾਣੀ ਐਂਡ ਡਿਡ ਨਾਟ ਕੇਅਰ ਫॉर ਦੀ ਹਾਰਸ਼ੈਸਟ ਫਿਜ਼ੀਕਲ ਪਨਿਸ਼ਮੈਂਟ। ਔਰ ਜਿਹੜੇ ਕ੍ਰਾਂਤੀਕਾਰੀ ਸਨ ਉਹ ਦੇਸ਼ ਭਗਤੀ ਦੇ ਗੀਤ ਗਾਉਂਦੇ ਸਨ, ਔਰ ਵੰਦੇ ਮਾਤਰਮ ਦੇ ਔਰ ਗੁਰਬਾਣੀ ਦਾ ਪਾਠ ਕਰਦੇ ਸਨ। ਔਰ ਪ੍ਰਵਾਹ ਨਹੀਂ ਕਰਦੇ ਸਨ, ਕੋਈ ਪ੍ਰਵਾਹ ਨਹੀਂ ਕਰਦੇ ਸਨ ਜੋ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਸੀ। ਦੇ ਵਰ ਫਾਈਟਿੰਗ ਅਗੇਂਸਟ ਬਰੂਟਲ ਫੋਰਸਸ ਵਿਦ ਸੋਲ ਫੋਰਸ। ਉਹ ਸੰਘਰਸ਼ ਕਰ ਰਹੇ ਸਨ ਆਪਣੀ ਸੋਲ ਫੋਰਸ ਦੇ ਨਾਲ, ਆਪਣੀ ਮਹਾਤਮਾ ਦੀ ਤਾਕਤ ਦੇ ਨਾਲ। ਉਹਨਾਂ ਵਹਿਸ਼ੀ ਤਾਕਤਾਂ ਦੇ ਨਾਲ ਸੰਘਰਸ਼ ਕਰ ਰਹੇ ਸਨ। ਔਰ ਦੇ ਵਰ ਈਦਰ ਰਿਲੀਜ਼ਡ ਇਨ 1921 ਔਰ ਟ੍ਰਾਂਸਫਰ ਟੂ ਜੇਲਸ ਇਨ ਦਾ ਮੇਨਲੈਂਡ। ਫਿਰ ਉਹਨਾਂ ਨੂੰ ਮੁਕਤ ਕਰ ਦਿੱਤਾ ਗਿਆ, ਰਿਲੀਜ਼ ਕਰ ਦਿੱਤਾ ਗਿਆ 1921 ਦੇ ਵਿੱਚ, ਜਾਂ ਫਿਰ ਉਹਨਾਂ ਨੂੰ ਭਾਰਤ ਦੀਆਂ ਮੁੱਖ ਜੇਲ੍ਹਾਂ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ। ਭਕਨਾ ਐਕਸਪਲੇਨਡ ਦੈਟ ਦਾ ਕਰੂਕਸ ਆਫ ਦੀ ਸੌਂਗਸ ਵਿਚ ਦਾ ਰਿਵੋਲੂਸ਼ਨਰੀ। ਔਰ ਭਕਨਾ ਨੇ ਉਸ ਗੀਤਾਂ ਦਾ ਜਿਹੜਾ ਨਿਚੋੜ ਸੀ ਉਹਨੂੰ ਐਕਸਪਲੇਨ ਕੀਤਾ ਜੋ ਕ੍ਰਾਂਤੀਕਾਰੀ ਗਾਉਂਦੇ ਸਨ ਆਪਣੇ ਜੇਲ੍ਹਾਂ ਦੇ ਵਿੱਚ। ਤਾਂ ਉਹ ਕਿਹੜਾ, ਉਸ ਦਾ ਸਾਰ ਕੀ ਸੀ, ਉਸ ਦਾ ਨਿਚੋੜ ਕੀ ਸੀ? ਦਿਸ ਇਜ਼ ਟਰੂ, ਦਾ ਮਾਤਰ-ਭੂਮੀ, ਇਹ ਮਾਤਰ-ਭੂਮੀ, ਦਿਸ ਇਜ਼ ਟਰੂ, ਇਹ ਸੱਚ ਹੈ। ਬਟ ਵੀ ਕੁਡ ਨਾਟ ਲਿਬਰੇਟ ਯੂ, ਕਿ ਅਸੀਂ ਤੈਨੂੰ ਆਜ਼ਾਦ ਨਹੀਂ ਕਰਾ ਸਕੇ। ਬਟ ਸੋ ਲੌਂਗ ਐਜ਼ ਈਵਨ ਵਨ ਆਫ ਆਵਰ ਕਾਮਰੇਡਸ ਇਜ਼ ਅਲਾਈਵ। ਲੇਕਿਨ ਜਿੱਥੋਂ ਤੱਕ ਸਾਡਾ ਕੋਈ ਵੀ ਸਾਥੀ ਜਿਉਂਦਾ ਹੈ ਤਾਂ ਹੀ ਵਿਲ ਸੈਕਰੀਫਾਈਸ ਐਵਰੀਥਿੰਗ। ਤਾਂ ਉਹ ਹਰ ਚੀਜ਼ ਨੂੰ ਸੈਕਰੀਫਾਈਸ ਕਰੇਗਾ, ਹਰ ਚੀਜ਼ ਦਾ ਬਲੀਦਾਨ ਕਰੇਗਾ ਟੂ ਰਿਮੂਵ ਯੂਰ ਚੇਨਸ। ਵੀ ਗੁਲਾਮੀ ਦੇ ਬੰਧਨਾਂ ਤੋਂ ਮੁਕਤ ਕਰਾਉਣ ਦੇ ਲਈ ਹਰ ਪ੍ਰਕਾਰ ਦਾ ਸੈਕਰੀਫਾਈਸ ਕਰੇਗਾ। ਥੈਂਕਸ।